कि ਤੁਹਾਨੂੰ ਵੀ ਪੀਟੀ ਤੇ ਇੰਟਰਵਿਊ ਦੀ ਕਾਲ ਆਈ ਹੈ ਤੇ ਡਰ ਲੱਗ ਰਿਹਾ ਜੇ ਹਿੰਮਤ ਛੱਡ ਗਿਆ ਕਿ ਬਾ ਹੁਣ ਨਹੀਂ ਮੇਰੇ ਕੋਲ ਸ਼ਾਇਦ ਇੰਟਰਵਿਊ ਕਲੀਅਰ ਹੋਣੀ, ਪਤਾ ਨਹੀਂ ਮੇਰੇ ਤੋਂ ਕੀ ਪੁੱਛ ਲੈਣ। ਸੋ ਬੇਟਾ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ, ਕੱਲੀ ਪੁਆਇੰਟ ਤੁਹਾਡੀ ਮੋਟੀਵੇਸ਼ਨ ਤੇ ਬਿਲਕੁਲ ਕੱਲਾ ਸਵਾਲ ਉਹ ਡਿਸਕਸ ਕਰਾਂਗੇ ਜੋ ਤੁਹਾਡੇ ਕੋਲ ਉੱਤੇ ਪੁੱਛਿਆ ਜਾਏਗਾ। ਸੋ ਇਸ ਪੀਟੀ ਦੀ ਇੰਟਰਵਿਊ ਨੂੰ ਪੋਜ਼ਿਟਿਵ ਲੈਣਾ। ਸੋ ਪੋਜ਼ਿਟਿਵਿਟੀ ਗੱਲਾਂ ਨਾਲ ਨਹੀਂ, ਅੱਜ ਫੈਕਟਸ ਨਾਲ ਗੱਲਾਂ ਕਰਨੀਆਂ ਕਿ ਕਿੱਦਾਂ ਤੁਸੀਂ ਆਪਣਾ ਇੰਟਰਵਿਊ ਦੀ ਕਾਲ ਤੋਂ ਬਾਅਦ ਆਪਣੇ ਵੀਜ਼ੇ ਦੇ ਚਾਂਸਸ ਬਹੁਤ ਜਿਹੜੇ ਕੀ ਆ ਉਮੀਦ ਵੱਡੇ ਲੈਵਲ ਤੇ ਤੁਸੀਂ ਕਰ ਸਕਦੇ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਤੀਰਥ ਸਿੰਘ ਤੇ ਆਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਬਿਲਕੁਲ ਤੁਸੀਂ ਜਿਹੜੇ ਵੀ ਬੱਚਿਆਂ ਨੂੰ ਇੰਟਰਵਿਊ ਦੀ ਕਾਲ ਆਈ ਆ ਤੁਸੀਂ ਇਹ ਲੈਟਰ ਦੇਖੋ ਕਿਹੜੇ ਪੁਆਇੰਟਸ ਉਹਨਾਂ ਨੇ ਤੁਹਾਡੇ ਕੋਲ ਜਿਹੜੇ ਆ ਕੀ ਆ ਚੈੱਕ ਕਰਨੇ ਆ। ਸੋ ਇਹਨਾਂ ਦੀ ਹੀ ਤਿਆਰੀ ਕਰਕੇ ਜਾਣੀ ਆ ਤੇ ਬਿਲਕੁਲ ਤੁਸੀਂ ਸਿਰੇ ਲੱਗੋਗੇ। ਸੋ ਮੈਂ ਮੁੱਦੇ ਤੇ ਆਊਂਗਾ, ਟਾਈਮ ਨਹੀਂ ਵੇਸਟ ਕਰੂੰਗਾ। ਪਹਿਲਾ ਪੁਆਇੰਟ ਕੌਨਫੀਡੈਂਸ। ਬੇਟਾ ਮੈਂ ਕਹੂੰਗਾ ਜਿਹੜਾ ਸਭ ਤੋਂ ਇੰਪੋਰਟੈਂਟ ਮੈਟਰ ਕਰਦਾ ਕਿ ਯੈਸ ਕਿ ਮੇਰੀ ਉਦੋਂ ਬਾਡੀ ਲੈਂਗੁਏਜ ਕੀ ਆ, ਮੈਂ ਉਦੋਂ ਜਦੋਂ ਬੋਲਦਾ ਮੇਰੇ 'ਚ ਕਿੰਨਾ ਕੌਨਫੀਡੈਂਸ ਆ। ਬਿਲਕੁਲ ਯੈਸ, ਕਈ ਵਾਰੀ ਨਾ ਆਪਾਂ ਨੂੰ ਬਹੁਤ ਡਰ ਲੱਗਦਾ ਕਿ ਵੀਜ਼ਾ ਆਫਿਸਰ ਮੇਰੇ ਤੋਂ ਕੁਝ ਪੁੱਛ ਨਾ ਲਵੇ। ਬਟ ਇੱਕ ਚੀਜ਼ ਨੂੰ ਪੋਜ਼ਿਟਿਵਿਟੀ ਲਈ ਲੈ ਕੇ ਚੱਲਣੀ ਆ ਕਿ ਮੈਨੂੰ ਇੰਟਰਵਿਊ ਦੀ ਕਾਲ ਪਤਾ ਕਿਉਂ ਆਈ ਆ, ਤੁਹਾਨੂੰ ਉਹ ਵੀਜ਼ਾ ਦੇਣਾ ਚਾਹੁੰਦੇ ਆ। ਜੇ ਸਿੱਧੀ ਰਿਫਿਊਜ਼ਲ ਵੀ ਦੇ ਦਿੰਦੇ ਆਪਾਂ ਕੀ ਕਰ ਲੈਣਾ ਸੀ, ਕੁਝ ਨਹੀਂ ਕਰ ਸਕਦੇ ਸੀ। ਸੋ ਇੱਕ ਸਾਡੀ ਇਹ ਛੋਟੀ ਭੈਣ ਦੀ ਫੋਟੋ ਵੀ ਦੇਖੋ, ਇਹ ਉਹ ਸਟੂਡੈਂਟ ਆ। ਅੱਜ ਮੈਂ ਨੈਗੇਟਿਵਿਟੀ ਦੀ ਗੱਲ ਨਹੀਂ, ਪੋਜ਼ਿਟਿਵਿਟੀ ਦੀ ਆ। ਰੱਬ ਨਾ ਕਰੇ ਜੇ ਇੰਟਰਵਿਊ ਤੇ ਵੀ ਵੀਜ਼ਾ ਰਹਿੰਦਾ। ਬਹੁਤ ਸਾਰੇ ਬੰਦੇ ਕਹਿੰਦੇ ਕਿ ਇੰਟਰਵਿਊ ਤੇ ਵੀਜ਼ਾ ਰਹਿ ਗਿਆ, ਹੁਣ ਨਹੀਂ ਆਉਣਾ, ਤੇ ਤੋਂ ਅਖੀਰਲਾ ਮੌਕਾ। ਆ ਦੇਖੋ ਸਾਡੀ ਛੋਟੀ ਭੈਣ, ਇੰਟਰਵਿਊ ਕਾਲ ਆਈ ਸੀ ਜਦੋਂ ਆਇਸ ਦੀਆਂ ਨਵੰਬਰ 'ਚ ਆਈਆਂ ਸੀਗੀਆਂ, ਇਹ ਰਿਫਿਊਜ਼ ਹੋ ਗਿਆ ਸੀਗਾ ਸਟੂਡੈਂਟ। ਦੁਬਾਰਾ ਇਹਨਾਂ ਦੀ ਫਾਈਲ ਲਾਈ ਆ, ਵੀਜ਼ਾ ਲੈ ਕੇ ਗਏ ਆ। ਤੇ ਉਮੀਦ ਨਾ ਛੱਡਿਓ। ਸੋ ਇਹ ਮੈਂ ਤੁਹਾਡੀ ਪੋਜ਼ਿਟਿਵਿਟੀ ਲਈ ਗੱਲ ਕਰ ਰਿਹਾ। ਸੋ ਕੌਨਫੀਡੈਂਸ ਨਾਲ ਜਾਣਾ ਵਾ। ਹੁਣ ਆਪਾਂ ਦੂਸਰੇ ਪੁਆਇੰਟ ਤੇ ਆਉਂਦੇ ਆ, ਕਿਹੜੀ ਚੀਜ਼ ਦਾ ਜਿਹੜਾ ਸਭ ਤੋਂ ਪਹਿਲਾਂ ਖਿਆਲ ਰੱਖਣਾ ਵਾ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਫਾਈਲ ਦੇ ਵਿੱਚ ਕੀ ਲੱਗਾ। ਸਾਰੇ ਫਾਰਮਸ ਕੱਲੇ ਫਾਰਮਸ ਦੀ ਐਂਟਰੀ ਯਾਦ ਕਰਕੇ ਜਾਇਓ। SOP ਦੇ ਵਿੱਚ ਕੀ ਲਿਖਿਆ, ਇਹ ਨਾ ਹੋਵੇ SOP 'ਚ ਬੇਟਾ ਲਿਖਿਆ ਹੋਇਆ ਮੈਂ ਦਿੱਲੀ ਜਾ ਰਿਹਾ, ਉੱਥੇ ਜਾ ਕੇ ਮੈਂ ਬੰਬੇ ਵੱਲ ਗੱਲਾਂ ਕਰ ਲਵਾਂ। ਇੱਕ ਐਗਜ਼ਾਮਪਲ ਦਿੱਤੀ ਆ। ਸੋ ਡਾਇਰੈਕਸ਼ਨਸ ਸੇਮ ਚਾਹੀਦੀਆਂ, ਜਿਹੜੀ ਇਨਫੋਰਮੇਸ਼ਨ ਪਹਿਲਾਂ ਗਈ ਆ। ਸੋ SOP ਨੂੰ ਵੀ ਬਾਏ ਹਾਰਟ ਤੁਹਾਨੂੰ ਯਾਦ ਹੋਣਾ ਚਾਹੀਦਾ। ਇੰਪੋਰਟੈਂਟ ਹੈ, ਰੱਟਾ ਨਹੀਂ ਚਾਹੀਦਾ ਬਿਲਕੁਲ ਬੇਟਾ। ਸੋ ਅੱਜ ਮੈਂ ਪੁਆਇੰਟਸ ਅਗਲੇ ਵੀ ਤੁਹਾਡੇ ਨਾਲ ਡਿਸਕਸ ਕਰਨੇ ਆ। ਇਹਦੇ 'ਚ ਕਿਹੜਾ ਪੁਆਇੰਟ ਹੋਊਗਾ, ਤੀਸਰਾ ਪੁਆਇੰਟ ਜਿਹੜਾ ਮੋਸਟ ਇੰਪੋਰਟੈਂਟ ਪੁਆਇੰਟ ਮੈਂ ਕਹੂੰਗਾ, ਜਿੱਥੋਂ ਤਕਰੀਬਨ ਮੋਸਟ ਆਫ ਦਾ ਬੱਚਿਆਂ ਦੀ ਇੰਟਰਵਿਊ ਸਟਾਰਟ ਹੋਣੀ ਆ। ਕਿੱਥੋਂ ਸਟਾਰਟ ਹੋਣੀ ਆ? ਸਭ ਤੋਂ ਪਹਿਲਾਂ ਵਾਈ ਦਿਸ ਕਾਲਜ, ਵਾਈ ਦਿਸ ਕੋਰਸ, ਵਾਈ ਕੈਨੇਡਾ, ਵਾਈ ਦਿਸ ਐਕਸਪੈਂਸਿਵ ਸਟੱਡੀ। ਇਹ ਚੀਜ਼ ਮੈਂ ਤੁਹਾਨੂੰ ਸਿਰਫ ਤਾਂ ਕਹਿ ਰਿਹਾ ਕਿਉਂਕਿ ਤੁਹਾਡੀ SOP ਦੇ ਵਿੱਚ, ਇਵਨ ਜੇ ਮੈਂ ਆਪਣੀ ਗੱਲ ਹੀ ਕਰਨਾ, ਅਸੀਂ ਪੂਰਾ ਵਾਹ ਲਾ ਦੀਦਾ ਕਿ ਇਹ ਕਾਲਜ ਕਿਉਂ ਲਿਆ, ਮੈਂ ਕੋਰਸ ਕਿਉਂ ਲਿਆ, ਉਹ ਫਲਾਣਾ ਕਿਉਂ ਨਹੀਂ ਲਿਆ। ਸੋ ਜੋ ਤੁਹਾਡੀ SOP ਦੇ ਵਿੱਚ ਲਿਖਿਆ ਉਹ ਤੋਂ ਪਲੱਸ ਜਾਣਾ, ਉਹ ਤੋਂ ਥੱਲੇ ਨਹੀਂ ਆਉਣਾ। ਤੇ ਬਿਲਕੁਲ ਵੀ ਜੇਕਰ ਤੁਹਾਡੇ ਤੋਂ ਪੁੱਛਿਆ ਜਾਵੇ ਨਾ ਬੇਟਾ SOP ਤੁਸੀਂ ਤਿਆਰ ਕੀਤੀ ਆ, ਪੈਸੇ ਦੇ ਕੇ ਨਹੀਂ ਤਿਆਰ ਕਰਾਈ, ਜੇ ਤੁਹਾਡੇ ਸਲਾਹਕਾਰ ਨੇ ਤਿਆਰ ਦਿੱਤੀ ਉੱਥੇ ਬਸ ਹੋ ਜਾਣੀ ਹੈ। ਸੋ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਣਾ। ਜਿਹੜੀ ਵੀ ਇਨਫੋਰਮੇਸ਼ਨ ਤੁਹਾਡੀ ਫਾਈਲ ਦੇ ਵਿੱਚ ਗਈ ਨਾ ਉਹ ਤੁਸੀਂ ਆਪ ਪ੍ਰੋਵਾਈਡ ਕੀਤੀ ਹੈ। ਸੋ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਣਾ। ਹਾਂ, ਅੱਜ ਇੱਕ ਇੰਪੋਰਟੈਂਟ ਚੀਜ਼ ਵੀ ਕਹਦਾ, ਰੈਪਰੈਜ਼ੈਂਟੇਟਿਵ। ਜੇ ਪੁੱਛਿਆ ਜਾਵੇ ਤੁਸੀਂ ਫਾਈਲ ਆਪ ਲਾ ਰਹੇ ਆ ਜਾਂ ਤੁਹਾਡਾ ਸਲਾਹਕਾਰ ਲੈ ਰਿਹਾ, ਉਹ ਬੇਟਾ ਸਲਾਹਕਾਰ ਤੋਂ ਪੁੱਛ ਲਿਓ। ਜੇ ਤਾਂ ਰੈਪਰੈਜ਼ੈਂਟੇਟਿਵ ਫਾਰਮ ਲੱਗਾ ਤਾਂ ਆਪਣੇ ਸਲਾਹਕਾਰ ਦਾ ਨਾਮ ਲੈਣਾ, ਨਹੀਂ ਤਾਂ ਨਹੀਂ ਲੈਣਾ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਫਾਈਲ ਤੁਹਾਡੇ ਨਾਂ ਤੋਂ ਲੱਗੀ ਆ ਜਾਂ ਤੁਹਾਡੇ ਸਲਾਹਕਾਰ ਦੇ ਨਾਂ ਤੋਂ ਲੱਗੀ ਆ। ਫੋਰਥ ਪੁਆਇੰਟ, ਵਾਈ ਨਾਟ ਇੰਡੀਆ, ਵਾਈ ਦਿਸ ਐਕਸਪੈਂਸਿਵ ਸਟੱਡੀ ਇਨ ਕੈਨੇਡਾ, ਕਿਉਂ ਇੰਨਾ ਲੈ ਰਹੇ ਆ। ਸੋ ਇਹ ਚੀਜ਼ਾਂ ਦੀ ਵੀ ਬੇਟਾ ਕਲੈਰਿਟੀ ਤੁਹਾਨੂੰ ਦੇਣੀ ਪੈਣੀ ਆ। ਸੋ SOP ਦੇ ਵਿੱਚ ਮੈਨੂੰ ਪਤਾ ਕਿ ਤੁਹਾਡੇ ਸਲਾਹਕਾਰ ਨੇ ਜ਼ਰੂਰ ਲਿਖਿਆ ਹੋਊਗਾ। ਸੋ ਇਹਨਾਂ ਚੀਜ਼ਾਂ ਦੇ ਜਵਾਬ ਜ਼ਰੂਰ ਦੇਣੇ ਆਪਣੀ ਐਜ਼ ਪਰ SOP ਦੇ ਅਕੋਰਡਿੰਗ। ਸੋ ਬਿਲਕੁਲ ਜਿੱਦਾਂ ਅਸੀਂ ਆਪਣੀ SOP ਦੇ ਵਿੱਚ ਲਿਖਦੇ ਹਾਂ, ਅਸੀਂ ਕੰਪੇਅਰ ਕਰਦੇ ਹਾਂ। ਮੈਂ ਜੇ ਆਪਣਾ ਤੁਹਾਨੂੰ ਟਿਪ ਵੀ ਦੇਣ ਲੱਗਾ, ਜਿਹੜੇ ਬੱਚਿਆਂ ਨੇ ਨਵੀਂ ਫਾਈਲ ਵੀ ਲਾਉਣੀ ਆ, ਅਸੀਂ ਕੰਪੇਅਰ ਕਰਦੇ ਹਾਂ ਕਿ ਇੰਟਰਨੈਸ਼ਨਲ, ਆਫਟਰ ਹੈਵਿੰਗ ਐਨ ਇੰਟਰਨੈਸ਼ਨਲ ਐਜੂਕੇਸ਼ਨ ਫਰੋਮ ਕੈਨੇਡਾ, ਮੇਰੀ ਪ੍ਰੋਫਾਈਲ ਕਿੱਦਾਂ ਸਟਰੋਂਗ ਹੋਊਗੀ, ਮੈਨੂੰ ਇੰਡੀਆ ਦੇ ਵਿੱਚ ਕਿਹੜੀ ਜੌਬ, ਕਿਹੜੇ ਸੈਕਟਰ, ਕਿਹੜੀ ਕੰਪਨੀ ਦੇ ਵਿੱਚ ਲੱਗ ਸਕਦੀ, ਮੇਰਾ ਸੈਲਰੀ ਪੈਕੇਜ ਕਿੰਨਾ ਹੋਊਗਾ। ਇਹ ਸਾਡਾ ਸਟਾਈਲ SOP ਬਣਾਉਣ ਦਾ। ਸੋ ਜੇਕਰ ਬੱਚਿਆਂ ਦੀ ਕਾਮਨ SOPs ਵੀ ਗਈਆਂ ਨਾਰਮਲ ਜੈਨਰਿਕ, ਸੋ ਚੀਜ਼ਾਂ ਦੀ ਕਲੈਰਿਟੀ ਲੈ ਕੇ ਜਾਣੀ, ਰਿਸਰਚ ਕਰਕੇ ਕਿ ਉਹ ਵਾਲਾ ਜਿਹੜਾ ਕੋਰਸ ਆਪਾਂ ਪੜ੍ਹਨ ਚੱਲੇ ਆ ਉਹਦਾ ਇੰਡੀਆ 'ਚ ਕੀ ਬੈਨੀਫਿਟ ਹੋਣਾ। ਕੋਈ ਵਾਪਸ ਨਹੀਂ ਆਉਂਦਾ, ਬਟ ਉੱਥੇ ਤੁਹਾਨੂੰ ਦਰਸਾਉਣਾ ਪੈਣਾ ਕਿ ਮੈਂ ਵਾਪਸ ਆਊਂਗਾ। ਸੋ ਇਸ ਚੀਜ਼ ਦੀ ਰਿਸਰਚ ਕੇਸ ਟੂ ਕੇਸ ਆਪਣੇ ਕੋਰਸ ਦੇ ਅਕੋਰਡਿੰਗ ਕਰ ਲੈਣੀ। ਗੂਗਲ ਤੇ ਸਰਚ ਕਰ ਲੈਣੀ ਕਿ ਆਹ ਵਾਲਾ ਕੋਰਸ ਦੀ ਇੰਡੀਆ ਦੇ ਵਿੱਚ ਕੀ ਡਿਮਾਂਡ ਆ, ਕਿਹੜੀ ਕੰਪਨੀ ਦੇ ਵਿੱਚ ਕਿੰਨਾ ਸੈਲਰੀ ਪੈਕੇਜ ਆ, ਕਿੱਦਾਂ ਗਰੋਥ ਹੈਗੀ ਆ, ਕਿਹੜੀ ਲੋਕੇਸ਼ਨ ਇੰਡੀਆ ਦੇ ਵਿੱਚ ਮੈਨੂੰ ਜੌਬ ਮਿਲ ਸਕਦੀ ਆ। ਸੋ ਇਹ ਜਿਹੜੀ ਵਾਈ ਨਾਟ ਇੰਡੀਆ ਤੇ ਐਕਸਪੈਂਸਿਵ ਸਟੱਡੀ ਦਾ ਆਪਾਂ ਇੱਕ ਕੰਪੈਰੀਜ਼ਨ ਉਹਨਾਂ ਨੂੰ ਦੱਸ ਸਕਦੇ ਹਾਂ। ਫਿਫਥ ਪੁਆਇੰਟ, ਮੋਸਟ ਇੰਪੋਰਟੈਂਟ ਪੁਆਇੰਟ, ਇਹ ਪੁਆਇੰਟ ਉਹਨਾਂ ਨੇ ਵੀ ਦੱਸਿਆ ਕਿ ਤੁਸੀਂ ਆਪਣੀ ਫਾਈਨੈਂਸ਼ੀਅਲ ਅਫੋਰਡੇਬਿਲਿਟੀ, ਫਾਈਨੈਂਸ਼ੀਅਲ ਸਪੋਰਟ ਤੇ ਤੁਹਾਨੂੰ ਬੇਟਾ ਪਤਾ ਹੋਣਾ ਚਾਹੀਦਾ ਤੁਸੀਂ ਫੀਸ ਕਿੰਨੀ ਗਈ ਆ, ਅਗਲੀ ਫੀਸ ਕਿੰਨੀ ਰਹਿੰਦੀ ਆ, ਤੁਹਾਡੇ ਲਿਵਿੰਗ ਐਕਸਪੈਂਸਿਸ ਕਿੱਦਾਂ ਤੁਸੀਂ ਅਫੋਰਡ ਕਰੋਗੇ। 1 ਸਾਲ ਦੀ ਫੀਸ ਤਾਂ ਦੇ ਚੁੱਕੇ ਆ, 1 ਸਾਲ ਦੀ ਲਿਵਿੰਗ ਆਪਾਂ ਇਨ ਦਾ ਫਾਰਮ ਆਫ GIC ਦਿਖਾ ਚੁੱਕੇ ਆ। ਦੂਸਰੇ ਸਾਲ ਦੀ ਕਿੱਦਾਂ ਰਹਿਣ ਦਾ ਖਰਚਾ ਦੇਵਾਂਗੇ, ਕਿੱਦਾਂ ਜਿਹੜੀ ਕਿ ਆਪਾਂ ਫੀਸ ਆਵਾਂਗੇ, ਤੁਹਾਡੇ ਕੋਲ ਕਲੈਰਿਟੀ ਚਾਹੀਦੀ ਆ। ਜੇਕਰ ਫੰਡਿੰਗ ਜਿੰਨੀ ਸ਼ੋ ਕਰਾਈ ਹੋਈ ਆ ਬਟ ਉਨੀ ਰਹਿਣ ਦਿਓ, ਹੁਣ ਕਿਤੇ ਵਧਾ ਨਾ ਲਿਓ। ਉਹ ਆਪਾਂ ਐਨੂਅਲ ਇਨਕਮ ਪੇਰੈਂਟਸ ਦੀ,
ਐਨੂਅਲ ਇਨਕਮ ਤੁਹਾਡੇ ਸਪਾਂਸਰਸ ਦੀ, ਤੁਹਾਡੀ ਬੈਂਕ ਦੀ ਸੇਵਿੰਗ ਜ਼ਰੂਰ ਦੱਸਣੀ ਆ। ਸੋ ਅੱਜ ਇੱਕ ਨਾ ਟਿਪ ਦੇਣ ਲੱਗਾ, ਸ਼ਾਇਦ ਬੱਚੇ ਤੇ ਫਸ ਜਾਣਗੇ, ਕਿਉਂਕਿ ਨਾਰਮਲ ਬੱਚਿਆਂ ਦੇ ਕੋਲ ਖਾਤਿਆਂ 'ਚ ਪੈਸੇ ਹੁੰਦੇ 10 15 20 ਲੱਖ ਰੁਪਇਆ ਹੁੰਦੇ ਆ। ਤੇ ਇਹ ਉਹ ਸਵਾਲ ਆ ਜੋ ਅੱਜ ਤੋਂ 18 ਸਾਲ ਪਹਿਲਾਂ ਬੇਟਾ ਮੈਨੂੰ ਵੀ ਪੁੱਛਿਆ ਗਿਆ ਸੀਗਾ, ਤੇ ਉਦੋਂ ਕੋਈ YouTube ਨਹੀਂ ਸੀ, ਕੋਈ ਕੰਸਲਟੈਂਟ ਨਹੀਂ ਸੀ, ਕੋਈ ਸਲਾਹਕਾਰ, ਕੋਈ ਏਜੰਟ ਨਹੀਂ ਸੀ। ਸੋ ਯੂਨੀਵਰਸਿਟੀਜ਼ ਨਾਲ ਡਾਇਰੈਕਟ ਅਪਲਾਈ ਹੁੰਦਾ ਸੀ। ਮੈਨੂੰ ਕੀ ਸਵਾਲ ਪੁੱਛਿਆ ਗਿਆ, ਮੇਰੀ ਵੀ ਬੇਟਾ ਜਦੋਂ ਫੀਸ ਗਈ ਸੀ ਤਾਂ ਮੈਨੂੰ ਇਹ ਜਦੋਂ ਵੀਜ਼ਾ ਆਫਿਸਰ ਨੇ ਸਵਾਲ ਪੁੱਛਿਆ ਕਿ ਇੰਨੀ ਫੀਸ ਜੇ ਅਗਲੇ ਸਾਲ ਹੀ ਦਿੰਦੇ ਆ ਤੇ ਤੁਹਾਡੇ ਪੇਰੈਂਟਸ ਕੋਲ ਤਾਂ ਪੈਸੇ ਨਹੀਂ ਬਚਦੇ, ਤੁਹਾਡੇ ਪੇਰੈਂਟਸ ਦਾ 20-25 ਸਾਲ ਦੀ ਜਿਹੜੀ ਮਿਹਨਤ ਆ ਉਹ ਤਾਂ ਜ਼ੀਰੋ ਆ ਜਾਂਦੀ ਆ, ਦੈਨ ਤੁਸੀਂ ਕੀ ਕਰੋਗੇ? ਤੇ ਬਿਲਕੁਲ ਮੈਂ ਕਹੂੰਗਾ ਕਿ ਯੈਸ, ਕੁਦਰਤੀ ਬੇਟਾ ਅੱਜ ਮੈਂ ਦੱਸ ਵੀ ਦਵਾਂ, ਮੈਂ ਅੱਗੇ ਵੀ ਦੱਸਿਆ ਹੋਇਆ 2005 ਫਸਟ ਟਾਈਮ ਜਦੋਂ ਮੈਂ ਵੀ UK ਅਪਲਾਈ ਕੀਤਾ ਸੀ ਨਾ, ਆਈ ਸਟਾਰਟ ਫਰਮ ਰਿਫਿਊਜ਼ਲ, ਮੇਰੀ ਵੀ ਰਿਫਿਊਜ਼ਲ ਲੱਗੀ ਸੀ, ਮੇਰੇ ਤੋਂ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਸੀਗਾ। ਬਟ ਫੋਰਚੂਨੇਟਲੀ ਕਹੂੰਗਾ ਆਫਟਰ 3 ਮੰਥਸ ਪੋਜ਼ਿਟਿਵਿਟੀ, ਮੇਰੇ ਸਲਾਹਕਾਰਾਂ ਕਰਕੇ, ਮੇਰੇ ਫਰੈਂਡ ਸਰਕਲ ਕਰਕੇ, ਦੁਬਾਰਾ ਜਦੋਂ ਬੇਟਾ ਮੇਰੀ ਇੰਟਰਵਿਊ ਇਹੀ ਸਵਾਲ ਦੁਬਾਰਾ ਪੁੱਛਿਆ ਗਿਆ, ਜਵਾਬ ਕੀ ਆਇਆ ਸੀਗਾ? ਫॉर दैट इट इज़ मनी, फॉर मी इट इज़ एक्सपीरियंस ऑफ माई फादर्स, मेरे पेरेंट्स का एक्सपीरियंस आ। व्हेन आई फिनिश माई स्टडी आई विल स्टार्ट फ्रॉम जी मेरे पेरेंट्स की 20 साल की सेविंग स्टार्ट फ्रॉम 21 आफ्टर 1 ईयर, नॉट फ्रॉम 0। सो एक अंदरों होया सीगा कि जे मैं कहूँगा कि इस चीज़ का जो तुहानूं ये सवाल पूछा जाता कि तुहाडे पेरेंट्स इस दी सेविंग तो खत्म हो जानी है। सो एक कॉमन ना सवाल पूछा जाता जिथे मोस्टली बच्चों का जवाब नहीं आता। जवाब देना कि यस ਇਹਦਾ ਇਹ ਜਿਹੜੀ ਕਿ ਪੇਰੈਂਟਸ ਦੀ ਬਣੀ ਕਿ ਐਕਸਪੀਰੀਅੰਸ ਆ, ਜੇਕਰ ਮੇਰੇ ਕੋਲ ਇੰਟਰਨੈਸ਼ਨਲ ਐਜੂਕੇਸ਼ਨ ਹੁੰਦੀ, ਐਕਸਪੀਰੀਅੰਸ ਆਉਂਦਾ, ਸੋ ਮੈਂ ਆਪਣੇ ਪੇਰੈਂਟਸ ਦਾ ਤਜਰਬਾ ਪਲੱਸ ਇੰਟਰਨੈਸ਼ਨਲ ਐਜੂਕੇਸ਼ਨ ਨਾਲ ਡਬਲ ਸਟਾਰਟ ਕਰੂੰਗਾ। ਸੋ ਇਸੇ ਲਈ ਕਹਿ ਰਿਹਾ ਕਿ ਉਸ ਪੜ੍ਹਾਈ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਜੌਬ ਇੰਡੀਆ ਦੇ ਵਿੱਚ ਹੈਗੀਆਂ, ਸੈਲਰੀ ਪੈਕੇਜ ਕਿੱਦਾਂ, ਤੇ ਜੇਕਰ ਤੁਹਾਡੇ ਕੋਲ ਉਹਦੀ ਕਲੈਰਿਟੀ ਹੈਗੀ ਆ ਤੇ ਬਿਲਕੁਲ ਬੇਟਾ ਵੀਜ਼ਾ ਲੈ ਕੇ ਘਰ ਆਉਂਗੇ। 6ਵਾਂ पॉइंट, आ 6 पॉइंट बेटा ਜਿਹੜੇ 5 डिस्कस करते, 6वां पॉइंट भी इंपॉर्टेंट, थोड़ा क्लैरिटी ना रहना। जेकर किसी बच्चे की फाइल ਦੇ ਵਿੱਚ ਵੀਕ पॉइंट हैगा, वीक पॉइंट इन द सेंस ਉਹਦੇ ਐਕੈਡਮਿਕ ਵੀਕ ਆ, ਵੀਕ पॉइंट ਉਹਦੀ ਫਾਈਲ ਦੇ ਵਿੱਚ ਗੈਪ ਹੈਗਾ, ਪ੍ਰੀਵੀਅਸ ਰਿਫਿਊਜ਼ਲ ਹੈਗੀਆਂ, ਕੇਸ ਟੂ ਕੇਸ ਵੇਰੀ ਕਰਦੀਆਂ। ਸੋ ਉਸ ਚੀਜ਼ ਦਾ ਵੀ ਜੇਕਰ ਤੁਹਾਡੇ ਕੋਲ ਸਵਾਲ ਪੁੱਛਿਆ ਜਾਂਦਾ ਤੇ ਤੁਹਾਡੇ ਕੋਲ ਜਵਾਬ ਕੀ ਹੋਣਾ ਚਾਹੀਦਾ ਕਿ ਯੈਸ इट वॉज द पास्ट, वो पास्ट सेगा, बीत चुका, इट डजंट मीन यू कांट इंप्रूव इट, यू कांट चेंज इट। हाँ, वो पास्ट ਨੂੰ ਚੇਂਜ ਨਹੀਂ ਕਰ ਸਕਦੇ ਬਟ ਯੂ ਕੈਨ ਚੇਂਜ ਦਾ ਫਿਊਚਰ। ਇੰਟਰਨੈਸ਼ਨਲ ਐਜੂਕੇਸ਼ਨ ਜੇ ਤੁਹਾਡੀ ਪ੍ਰੋਫਾਈਲ ਦੇ ਨਾਲ ਐਡ ਆਨ ਹੁੰਦੀ ਆ, ਤੁਹਾਡੇ ਕੋਲ ਇੰਡੀਆ ਦੇ ਵਿੱਚ ਜੌਬ ਅਪਰਚੂਨਿਟੀਜ਼ ਜੋ ਐਜ਼ ਇਟ ਇਜ਼ ਤੁਹਾਡਾ ਇਸ ਵੇਲੇ ਸਟੇਟਸ ਇੰਡੀਆ ਹੈਗਾ ਉਹਦੇ ਨਾਲੋਂ ਡਬਲ ਟ੍ਰਿਪਲ ਜਿਹੜਾ ਕਿ ਹੋ ਜਾਣਾ, ਜੋ ਕਿ ਸੱਚਾਈ ਵੀ ਆ, ਇਹਦੇ 'ਚ ਕੋਈ ਡਾਊਟ ਨਹੀਂ ਆ। ਸੋ ਇਸ ਵੇਲੇ ਆ ਜਿਹੜੇ ਮੈਂ ਵੀ ਤੁਹਾਨੂੰ ਹਿੰਟ ਦਿੱਤੇ ਆ, ਇਹਨਾਂ ਸਵਾਲਾਂ ਦੇ ਜਵਾਬ ਹੋਰ ਬਰੀਕੀ ਦੇ ਵਿੱਚ ਜਾ ਕੇ ਗੂਗਲ ਆ, ਤੇ ਗੱਲ ਮੁੱਕਦੀ ਆ ਕਿੱਥੇ? ਉਹੀ ਹੈ ਕਿ ਮੈਂ ਪੜ੍ਹਾਈ ਦਾ ਬੈਨੀਫਿਟ, ਮਹਿੰਗੀ ਐਜੂਕੇਸ਼ਨ ਇੰਡੀਆ ਦੇ ਵਿੱਚ ਕਿਹੜੀ ਜੌਬਸ ਮੈਨੂੰ ਮਿਲ ਸਕਦੀਆਂ। ਸੋ ਇਹਦੀ ਰਿਸਰਚ ਮੈਂ ਹਰ ਬੱਚੇ ਨੂੰ ਕਹੂੰਗਾ ਜ਼ਰੂਰ ਸੈਲਫ ਰਿਸਰਚ ਕਰੋ। ਜੇਕਰ ਤੁਹਾਡੀ SOP ਦੇ ਵਿੱਚ ਲਿਖਿਆ ਉਹਦੇ ਤੇ ਹੋਰ ਵਰਕਆਊਟ ਕਰੋ ਤੇ ਬਿਲਕੁਲ ਇਹ ਚੀਜ਼ਾਂ ਦੇ ਜਵਾਬ ਦਿਓ। ਤੇ ਸਭ ਤੋਂ ਮੋਸਟ ਇੰਪੋਰਟੈਂਟ, ਆ ਜਿੰਨੇ ਮੈਂ 6 ਸਵਾਲ ਕੀਤੇ ਬੜਾ ਇਹਦੇ ਇਰਦ ਗਿਰਦ ਹੀ ਸਵਾਲ ਆਉਣੇ ਆ, ਇਸ ਤੋਂ ਬਾਹਰ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ। ਸੋ ਅੱਜ ਮੈਂ ਦੱਸ ਵੀ ਦਿੱਤਾ, ਜੇ ਨਹੀਂ ਵੀ ਰੱਬ ਨਾ ਕਰੇ ਹੁੰਦੀ ਫਿਰ ਵੀ ਮੌਕਾ ਹੈਗਾ, ਟੈਨਸ਼ਨ ਲੈਣ ਦੀ ਲੋੜ ਨਹੀਂ ਆ, ਬਟ ਆਪਾਂ ਕਲੀਅਰ ਕਰਕੇ ਆਉਣੀ ਆ। ਸੋ ਸਭ ਤੋਂ ਇਹ ਮੁੱਦਾ ਇੰਪੋਰਟੈਂਟ ਮੈਟਰ ਕਰਦਾ ਕੌਨਫੀਡੈਂਸ, ਕਿਉਂਕਿ ਜ਼ਿਆਦਾਤਰ ਬੱਚੇ ਇੰਟਰਵਿਊ ਤੇ ਜਿਹੜੇ ਰਿਫਿਊਜ਼ ਹੁੰਦੇ ਆ, ਰੀਜ਼ਨ ਪਤਾ ਕੀ ਹੁੰਦਾ? ਲੈਂਗੁਏਜ ਐਬਿਲਿਟੀ। ਤੁਹਾਡੇ ਬੈਂਡ ਤਾਂ ਆਏ ਹੋਏ ਆ ਬਟ ਤੁਹਾਡੇ ਤੋਂ ਬੋਲਿਆ ਨਹੀਂ ਗਿਆ ਉਸ ਵੇਲੇ। ਕਿਉਂ ਨਹੀਂ ਬੋਲਿਆ ਜਾਂਦਾ? ਬੱਚਾ ਉੱਥੇ ਨਰਵਸ ਹੋ ਜਾਂਦਾ ਵਾ। ਸੋ ਨਰਵਸ ਹੋਣ ਦੀ ਲੋੜ ਨਹੀਂ ਆ। ਸੋ ਇੱਕੋ ਹੀ ਮੇਨ ਮੁੱਦਾ ਕੌਨਫੀਡੈਂਸ ਨੂੰ ਜੇ ਆਪਾਂ ਸਾਂਭ ਲੈਂਦੇ ਆ, ਬਾਕੀ 6 ਪੁਆਇੰਟ ਜਿਹੜੇ ਤੁਹਾਡੇ ਨਾਲ ਡਿਸਕਸ ਕੀਤੇ ਆ, ਤੇ ਉਮੀਦ ਕਰਦਾ ਵੱਧ ਤੋਂ ਵੱਧ ਬੱਚੇ ਜਿਹੜੇ ਕੀ ਆ ਵੀਜ਼ਾਸ ਲੈ ਕੇ ਜਾਣ। ਸੋ ਇੰਟਰਵਿਊ ਆਈ ਪੋਜ਼ਿਟਿਵ ਲੈਣਾ, ਨੈਗੇਟਿਵ ਬਿਲਕੁਲ ਨਹੀਂ ਲੈਣਾ। 85,578 85,578 ਨੰਬਰ ਤੇ ਆਪਣੇ ਡਾਊਟ, ਕਿਸੇ ਤਰ੍ਹਾਂ ਦਾ ਵੀ ਡਾਊਟ ਆ ਜ਼ਰੂਰ ਇਸੇ ਵੀਡੀਓ ਦੇ ਕਮੈਂਟ ਬਾਕਸ 'ਚ ਲਿਖੋ। ਤੇ ਉਮੀਦ ਕਰਦਾ ਵੱਧ ਤੋਂ ਵੱਧ ਬੱਚੇ PT ਤੇ ਵੀ ਵੀਜ਼ਾ ਲੈ ਕੇ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਂਡ ਸਾਨੂੰ ਹੋਰ ਵਧੀਆ ਜਿਹੜਾ ਕਿ ਆਉਂਦਾ ਨਜ਼ਰ ਆਵੇ। ਸਤਿ ਸ਼੍ਰੀ ਅਕਾਲ।